ਹੁੰਦੇ ਆ। ਸੋ ਬਹੁਤ ਸਾਰੀਆਂ ਗਲਤੀਆਂ, ਬਹੁਤ ਸਾਰੇ ਤਜਰਬੇ ਆਪਾਂ ਪਿਛਲੇ ਸਮੇਂ ਦੇ ਵਿੱਚ ਕਰ ਚੁੱਕੇ ਹਾਂ ਔਰ ਹੁਣ ਹਾਲਾਤ ਇਹੋ ਜਿਹੇ ਬਣੇ ਹੋਏ ਨੇ, ਪੰਜਾਬ ਇਹੋ ਜਿਹੀ ਕਗਾਰ ਤੇ ਖੜਾ ਵੀ ਜਿੱਥੇ ਆਪਣੇ ਕੋਲ ਐਕਸਪੈਰੀਮੈਂਟ ਵਾਸਤੇ, ਤਜਰਬੇ ਵਾਸਤੇ ਕੋਈ ਭੋਰਾ ਵੀ ਸਮਾਂ ਨਹੀਂ ਹੈਗਾ, ਕਿਉਂਕਿ ਰੰਗਲਾ ਪੰਜਾਬ ਅੱਜ ਬਹੁਤ ਕੋਨਿਆਂ ਤੋਂ ਬਿਹਾਰ ਬਣਦਾ ਜਾ ਰਿਹਾ ਹੈ। ਜਿਹੜੀਆਂ ਬਿਹਾਰ ਦੀਆਂ ਆਪਾਂ ਅੱਜ ਤੋਂ 30 ਸਾਲ ਪਹਿਲਾਂ ਜਦੋਂ ਪ੍ਰਵਾਸੀ ਮਜ਼ਦੂਰ ਝੋਨਾ ਲਾਉਣ ਆਉਂਦੇ ਹੁੰਦੇ ਉਹਨਾਂ ਤੋਂ ਗੱਲਾਂ ਪੁੱਛਦੇ ਹੁੰਦੇ, ਅੱਜ ਉਹ ਇੱਥੇ ਵਾਪਰਨ ਲੱਗੀਆਂ ਹੋਈਆਂ ਨੇ। ਕਿਉਂ ਵਾਪਰਨ ਲੱਗੀਆਂ ਨੇ? ਕਿਉਂਕਿ ਆਪਾਂ ਸਾਰੇ ਲਕੀਰ ਦੇ ਫਕੀਰ ਬਣ ਕੇ ਕਦੇ ਬਾਬੇ ਨਾਨਕ ਦਾ ਪੰਜਾ ਸਮਝ ਲਿਆ, ਕਦੇ ਬਾਬੇ ਨਾਨਕ ਦੀ ਤੱਕੜੀ ਸਮਝ ਲਈ, ਜਦੋਂ ਕਿ ਬਾਬੇ ਨਾਨਕ ਦੀ ਵਿਚਾਰਧਾਰਾ ਤਾਂ ਉੱਥੇ ਕਿਤੇ ਦੂਰ ਨੇੜੇ ਵੀ ਸਾਨੂੰ ਮਿਲੀ ਨਹੀਂ ਅੱਜ ਤੱਕ। ਸੋ ਇਹ ਜਿਹੜਾ ਇੰਨੇ ਮਾੜੇ ਹਾਲਾਤ ਬਣੇ ਨੇ, ਇਹਦਾ ਕਿਤੇ ਨਾ ਕਿਤੇ ਆਪਾਂ ਸਾਰੇ ਜ਼ਿੰਮੇਵਾਰ, ਆਪਾਂ ਨੂੰ ਆਪਣੀ ਵੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਮਝਣੀ ਪਊਗੀ। ਪਰ ਚਲੋ ਜੇ ਆਪਾਂ ਪਿੱਛੇ ਵੱਲ ਝਾਕੀ ਜਾਈਏ, ਅਤੀਤ ਨੂੰ ਫਰੋਲੀ ਜਾਈਏ, ਤਾਂ ਆਪਾਂ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਅੱਜ ਆਪਣੇ ਕੋਲੇ ਸਮਾਂ, ਆਪਾਂ ਦੋਸ਼ ਦੇਣ ਦੀ ਬਜਾਏ ਅੱਜ ਹਮਲਾ ਮਾਰੀਏ, ਚੰਗੇ ਨੇਤਾ ਚੁਣ ਕੇ ਚੰਗੀ ਪਾਰਟੀ ਨੂੰ ਆਪਾਂ ਰਾਜ ਭਾਗ ਸੰਭਾਲੀਏ, ਤਾਂ ਕਿ ਜਿਹੜਾ ਆਪਣੇ ਆਉਣ ਵਾਲੀ ਪੀੜ੍ਹੀ ਹੈ, ਆਪਣੀ ਤਾਂ ਲੰਘ ਚੱਲੀ, ਆਉਣ ਵਾਲੀ ਆਪਾਂ ਪੀੜ੍ਹੀ ਦਾ ਭਵਿੱਖ ਹੈ ਜਿਹੜਾ ਉਹਨੂੰ ਸਵਾਰ ਸਕੀਏ। ਆਪਣੇ ਕੋਲੇ ਅੱਜ ਬਹੁਤ ਵਧੀਆ ਸਮਾਂ ਹੈ, ਬਹੁਤ ਵਧੀਆ ਕੈਂਡੀਡੇਟ ਆਪਾਂ ਨੂੰ ਮਿਲੇ ਨੇ, ਜਿਨ੍ਹਾਂ ਨੂੰ ਅੱਜ ਦੇ ਜਾਂਚ ਪਰਖਣ ਦੀ ਲੋੜ ਨਹੀਂ, ਉਹਨਾਂ ਨੂੰ ਤਾਂ ਆਪਾਂ ਪਹਿਲਾਂ ਪੀੜ੍ਹੀ ਤੋਂ ਪਰਖਦੇ ਤੁਰੇ ਹੁੰਦੇ, ਕਿਉਂਕਿ ਆਪਣੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਮਰਹੂਮ ਬਾਊ ਭਗਵਾਨ ਦਾਸ ਜੀ ਅਰੋੜਾ ਸਾਹਿਬ, ਉਹਨਾਂ ਦੇ ਕੀਤੇ ਕੰਮ ਅੱਜ ਵੀ ਚਿੱਟੇ ਸੂਰਜ ਦੀ ਤਰ੍ਹਾਂ ਚਮਕਦੇ ਨੇ, ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ। ਸੋ ਵਿਰਾਸਤ ਦੇ ਵਿੱਚ ਇਹ ਗੁੜਤੀ ਅਮਨ ਜੀ ਨੂੰ ਮਿਲੀ ਹੈ ਸੇਵਾ ਦੀ। ਇੱਕ ਤਾਂ ਹੁੰਦਾ ਕਿ ਐਵੇਂ ਦਿਮਾਗ ਨੂੰ ਘੁਸ ਚੜਿਆ ਹੁੰਦਾ ਗੱਲਾਂ, ਉਹਨਾਂ ਦੀ ਅੰਦਰੋਂ ਪ੍ਰਵਿਰਤੀ ਹੋਰ ਹੁੰਦੀ ਹੈ, ਦੱਸਣ ਦੀ ਹੋਰ ਹੁੰਦਾ। ਸਰਾਜ ਦੀ ਸੇਵਾ ਕਰਾਂਗੇ ਜੀ, ਮਾਂ ਬੋਲੀ ਦੀ ਸੇਵਾ ਕਰਾਂਗੇ, ਲੋਕਾਂ ਦੀ ਸੇਵਾ ਕਰਾਂਗੇ, ਅੰਦਰੋਂ ਹੁੰਦਾ ਵੀ ਰੁਪਈਏ ਕਿੰਨੇ ਇਕੱਠੇ ਕਰਨੇ ਨੇ, ਭ੍ਰਿਸ਼ਟਾਚਾਰ ਕਿੰਨਾ ਕਰਨਾ, ਇਹੀ ਕੁਝ ਹੁੰਦਾ ਹੈ। ਪਰ ਇੱਥੇ ਵਿਸ਼ਵਾਸ ਕਰਨ ਦੀ ਕੀ ਗੱਲ ਹੈ, ਕਿਉਂਕਿ ਪਹਿਲਾਂ ਬਾਊ ਜੀਆਂ ਨੇ ਸੇਵਾ ਕੀਤੀ ਹੈ, ਜਿਹੜੇ ਉਹਨਾਂ ਦੇ ਮੀਲ ਪੱਥਰ ਕੱਢੇ ਨੂੰ ਕਹੇ ਤੋਂ ਪੱਟੇ ਨਹੀਂ ਗਏ, ਔਰ ਉਹੀ ਚੀਜ਼ਾਂ ਵਿਰਾਸਤ ਦੇ ਵਿੱਚ, ਖੂਨ ਦੇ ਵਿੱਚ ਅਮਨ ਜੀ ਨੂੰ ਮਿਲੀਆਂ ਨੇ। ਸੋ ਕੋਈ ਭਰਮ ਭੁਲੇਖਾ ਕਿਸੇ ਦੇ ਮਨ 'ਚ ਨਾ ਹੈ, ਨਾ ਹੋਣਾ ਚਾਹੀਦਾ। ਜਾਂਚੇ ਪਰਖੇ ਆਪਣੇ ਕੈਂਡੀਡੇਟ ਨੇ। ਪਿਛਲੇ ਵਾਰ ਸਰਕਾਰ ਬਣਨ ਦੇ ਨਾ ਬਣਨ ਦੇ ਬਾਵਜੂਦ ਵੀ ਕਿਸੇ ਇਹਨਾਂ ਨੇ ਵੀਰ ਭੈਣ ਨੂੰ ਨਿਰਾਸ਼ ਨਹੀਂ ਕੀਤਾ, ਜਿੰਨਾ ਹੋਇਆ ਵੱਧ ਤੋਂ ਵੱਧ ਕੈਪੇਬਿਲਿਟੀ ਦੇ ਨਾਲ ਕੰਮ ਕੀਤਾ। ਔਰ ਇੱਕੋ ਇੱਕ ਨੇਤਾ ਨੇ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਵਿੱਚ ਜਿਹੜੇ ਹਰੇਕ ਸਮੇਂ ਹਾਜ਼ਰ ਨੇ, ਕਿਉਂਕਿ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਕਿਰਪਾ ਕੀਤੀ ਹੈ, ਹਰੇਕ ਤਰ੍ਹਾਂ ਦੇ ਨਸ਼ੇ ਤੋਂ ਦੂਰ ਨੇ। ਕੋਈ ਇਹਨਾਂ ਨੂੰ ਅਲਾਮਤ ਨਹੀਂ, ਚਾਹੇ 12 ਵਜੇ ਕੋਈ ਦਰਵਾਜ਼ਾ ਖੜਕਾਵੇ, ਇਹ ਐਸੇ ਪੋਜੀਸ਼ਨ ਦੇ ਵਿੱਚ ਤੁਹਾਨੂੰ ਹਾਜ਼ਰ ਮਿਲਣਗੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਹੁਤ ਚੰਗਾ ਮੌਕਾ ਹੈ, ਮੌਕਾ ਸੰਭਾਲ ਲੈਣਾ ਵਧੀਆ ਹੁੰਦਾ। ਸਮੇਂ ਦੇ ਗੀਤ ਸਮੇਂ ਤੇ ਸੋਹਣੇ ਲੱਗਦੇ ਨੇ, ਜੇ ਮਗਰੋਂ ਜਾ ਕੇ ਉਹ ਕਰੀ ਜਾਈਏ ਐਂ ਕਰ ਲੈਂਦੇ, ਉਹ ਲੈਂਦੇ ਨਹੀਂ ਕਿਸੇ ਦੇ ਬਸ ਅੱਜ ਤੱਕ ਆਇਆ। ਸੋ ਅੱਜ ਸਮਾਂ ਕਰਨ ਦਾ, ਫਿਰ 5 ਸਾਲ ਖੁੰਡਾਂ ਤੇ ਬਹਿ ਕੇ ਆਪਦੇ ਆਪ ਨੂੰ ਕੋਸਣਾ, ਕਿਸੇ ਨੂੰ ਕੋਸਣ ਦਾ ਕੋਈ ਫਾਇਦਾ ਨਹੀਂ ਨਿਕਲਣਾ। ਅੱਜ ਸਮਾਂ ਆਪਣੇ ਕੋਲੇ, ਆਪਣੀ ਵੋਟ ਤਾਂ ਆਪਾਂ ਨੇ ਸਾਰਿਆਂ ਨੇ ਪਾਉਣੀ ਹੈ। ਹੋਰ ਵੀ ਜਿਹੜੇ ਕੋਈ ਆਪਣੇ ਭੁੱਲੇ ਭਟਕੇ ਵੀਰ ਨੇ ਵਿਚਾਰੇ, ਜਿਨ੍ਹਾਂ ਦੀ ਸੋਚ ਕਿਤੇ ਗਰਾਰੀ ਫਸੀ ਪਈ ਹੈ, ਕੋਈ ਝਾੜ 'ਚ ਚਾਦਰਾ ਫਸਣ ਵਾਂਗੂ, ਉਹਨਾਂ ਨੂੰ ਵੀ ਸਮਝਾਓ, ਪ੍ਰੇਰ ਕੇ ਇਹਨਾਂ ਦੇ ਹੱਥ ਮਜ਼ਬੂਤ ਕਰੋ। MLA ਦਾ ਅੱਜ ਦਾ ਇਕੱਠ ਨੇ ਇਹਨਾਂ ਨੂੰ ਬਣਾ ਹੀ ਦਿੱਤਾ, ਇਹ 'ਚ ਤਾਂ ਕੋਈ ਸ਼ੱਕ ਨਹੀਂ, ਮੈਂ ਸਮਝਦਾ। ਚੰਗਾ ਬਹੁਮਤ ਦਵਾ ਕੇ ਆਪਾਂ ਇਹਨਾਂ ਨੂੰ ਅਸੈਂਬਲੀ 'ਚ ਭੇਜਦੇ ਤਾਂ ਅੱਛਾ, ਕੋਈ ਵਧੀਆ ਮਹਿਕਮਾ ਇਹਨਾਂ ਨੂੰ ਮੰਤਰਾਲਾ ਮਿਲੇ, ਮੰਤਰੀ ਬਣ ਕੇ ਆਉਣ, ਤਾਂ ਆਪਣੇ ਏਰੀਏ ਦੀ ਜਿਹੜੀ ਕਾਇਆ ਪਲਪ ਕਰਨ। ਜਿਹੜੇ ਬੱਚੇ ਅੱਜ ਵਿਚਾਰੇ, ਮੈਂ ਇੱਕ ਗੱਲ ਅਕਸਰ ਸਟੇਜਾਂ ਤੋਂ ਕਹਿਣਾ ਹੁੰਦਾ ਕਿ ਜਿੱਦਾਂ ਮਹਾਰਾਜਾ ਦਲੀਪ ਸਿੰਘ ਦੇ, ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਵੰਸ਼ਜ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਜਲਾਵਤਨ ਕੀਤਾ ਸੀ, ਨਾਲੇ ਮੋਟੀ ਪੈਨਸ਼ਨ ਦੇ ਕੇ ਭੇਜਿਆ ਸੀ ਇੰਗਲੈਂਡ ਦੇ, ਤਾਂ ਮਹਾਰਾਣੀ ਜਿੰਦ ਕੌਰ ਅੰਨੀ ਹੋ ਗਈ ਸੀ ਰੋ ਰੋ ਕੇ ਕਿ ਮੇਰੇ ਪੁੱਤ ਨੂੰ ਦੇਸ਼ ਨਿਕਾਲਾ ਦੇਤਾ। ਦੇਸ਼ ਨਿਕਾਲਾ ਸਭ ਤੋਂ ਵੱਡੀ ਕੋਈ ਸਜ਼ਾ ਨਹੀਂ। ਅੱਜ ਹਾਲਾਤ ਕੀ ਬਣ ਗਏ ਕਿ ਕਿੱਲਾ ਕਿੱਲਾ ਜ਼ਮੀਨ ਵੇਚ ਕੇ ਆਪਦਾ ਸਾਰਾ ਕੁਝ, ਕੋਈ ਕਿਡਨੀਆਂ ਵੇਚਦਾ, ਜਿਹਦੇ ਕੋਲ ਜ਼ਮੀਨ ਨਹੀਂ, ਕੋਈ ਕੁਝ ਵੇਚਦਾ। ਤੇ ਅਸੀਂ ਅੱਜ ਜਾ ਕੇ ਦੇਖੋ ਏਅਰਪੋਰਟਾਂ ਦੇ ਉੱਪਰ ਕਿੰਨੀਆਂ ਜਿੰਦ ਕੌਰਾਂ ਆਪ ਜਿਹਨਾਂ ਦਲੀਪ ਸਿੰਘਾਂ ਨੂੰ ਚੜਾ ਕੇ ਆਉਂਦੀਆਂ ਨੇ, ਜਦੋਂ ਕਿ ਉਹਨਾਂ ਨੂੰ ਪਤਾ ਹੈ ਵੀ ਅੱਜ ਦੇ ਭੇਜੇ ਜਵਾਕ ਮੁੜ ਕੇ ਪਤਾ ਨਹੀਂ ਜਿਉਂਦੇ ਸੀ ਸਾਨੂੰ ਮਿਲਣਗੇ ਕਿ ਨਹੀਂ ਮਿਲਣਗੇ। ਇਸ ਤੋਂ ਵੱਡਾ ਕਿਸੇ ਮਾਂ ਬਾਪ ਲਈ ਹੋਰ ਦੁੱਖ ਨਹੀਂ ਹੋ ਸਕਦਾ। ਮੈਂ ਸਮਝਦਾ ਜੇ ਇਹ ਚੀਜ਼ ਨੂੰ ਰੋਕਣਾ, ਇਹ ਆਪਣੇ ਵੱਸ ਹੈ। ਆਪਾਂ ਹੀ ਇਹ ਚੀਜ਼ ਕ੍ਰੀਏਟ ਕੀਤੀ, ਆਪਾਂ ਇਹ ਚੀਜ਼ ਨੂੰ ਰੋਕ ਸਕਦੇ ਹਾਂ। ਚੰਗੀ ਸਰਕਾਰ ਬਣਾਓ ਜਿਨ੍ਹਾਂ ਦਾ ਵਿਜ਼ਨ ਇਹੀ ਹੈ ਕਿ ਅਸੀਂ ਬਾਹਰ ਜਾਂਦੀ ਜਵਾਨੀ ਨੂੰ, ਸਾਡੇ ਟੈਲੈਂਟ ਨੂੰ ਬਾਹਰ ਜਾਣ ਤੋਂ ਰੋਕਣਾ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੋਟ ਵੀ ਦਿਓ ਤੇ ਸਪੋਰਟ ਵੀ ਕਰੋ, ਤੁਹਾਡੀ ਸਪੋਰਟ ਦੀ ਵੀ ਲੋੜ ਹੈ। ਠੀਕ ਹੈ ਜੀ, ਚੰਗਾ ਕੈਂਡੀਡੇਟ ਆਪਾਂ ਨੂੰ ਮਿਲਿਆ, ਇਹਨਾਂ ਨੂੰ ਚੰਗੇ ਬਹੁਮਤ ਨਾਲ ਆਪਾਂ ਜਿਤਾ ਕੇ ਭੇਜੀਏ, ਤਾਂ ਕਿ ਵਧੀਆ ਕੋਈ ਇਹਨਾਂ ਨੂੰ ਮਹਿਕਮਾ ਮਿਲੇ, ਮੰਤਰੀ ਬਣੇ ਔਰ ਆਪਣੇ ਏਰੀਏ ਦੀ ਸੇਵਾ ਕਰਨਗੇ। ਸੋ ਇੰਨੀਆਂ ਕੁ ਬੇਨਤੀਆਂ ਕਰਦਾ ਉਸ ਤੋਂ ਸਾਰਿਆਂ ਤੋਂ ਆਪਾਂ ਆਸ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋਗੇ। ਬਾਈ ਗੁਰਦੀਪ ਬੜੈਚ ਜੀ ਨੇ ਉਪਰਾਲਾ ਕੀਤਾ, ਇਹਨਾਂ ਦਾ ਵੀ ਮਾਣ ਵਧਾਈਏ ਤੇ ਆਪਣੇ ਸਾਰਿਆਂ ਦਾ ਮਾਣ ਹੈ ਇਸ ਗੱਲ ਦੇ ਵਿੱਚ। ਸੋ ਇੰਨੀਆਂ ਬੇਨਤੀਆਂ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਮਨ ਜੀ ਤੁਸੀਂ ਕਰੋ ਜੀ। ਬਸ ਜੀ ਤੁਸੀਂ ਕਰੋ। ਤੁਸੀਂ ਕਰੋ ਸੰਗਤ ਨਾਲ ਮੇਰੀ ਬਾਤ ਕੋਈ ਨਹੀਂ ਜੀ, ਬਸ ਤੁਸੀਂ ਦੋ ਆਪਣੇ ਵਿਚਾਰ। ਕਬੱਡੀ ਬਥੇਰੀ ਪਾਉਂਦੇ ਰਹੇ ਹੋ ਹੁਣ ਸ਼ਬਦਾਂ ਦੀ ਕਬੱਡੀ ਵੀ ਪਾਓ, ਇਹ ਵੀ ਕਬੱਡੀ ਸ਼ਬਦਾਂ ਦੀ ਕਬੱਡੀ ਵੀ ਪਾਓ। ਅਸੀਂ ਤੁਹਾਡੇ ਨਾਲ ਆ ਜੀ, ਸਾਡਾ ਸਾਰਾ ਪਰਿਵਾਰ ਵਿੱਚ ਆ, ਸਾਰਾ ਪਿੰਡ ਤੁਹਾਡੇ ਨਾਲ ਆ। ਪਰ ਦੇਖੋ ਅਸੀਂ ਕੋਈ ਇਹੋ ਜਿਹਾ ਕੰਮ ਤੇ ਕਰਦੇ ਨਹੀਂ ਵੀ ਕੋਈ ਅਸੀਂ ਗਲਤ ਮੰਗ ਰੱਖਾਂਗੇ ਤੁਹਾਡੇ ਕੋਲ ਵੀ ਸਾਡਾ ਆਹ ਕਰ ਦਿਓ। ਪਰ ਸਾਡੇ ਕੋਈ ਵੀ ਹੈ, ਕਿਸੇ ਦਾ ਵੀ ਕੋਈ ਜਾਇਜ਼ ਕੰਮ ਹੈ, ਜਿਵੇਂ ਆ ਮੇਰੀ ਭਾਬੀ ਖੜੀ ਹੈ, ਇਹਨਾਂ ਦੀ ਕੁੜੀ ਦੀ ਸਗਨ ਸੀ, ਤੁਹਾਡੇ ਨਾਲ ਮੈਂ ਗੱਲ ਵੀ ਕੀਤੀ ਸੀ ਫੋਨ ਤੇ। ਉਹ ਜਦੋਂ ਸਗਨ ਸਕੀਮ ਦੇਣ ਵੀ ਹੈ, ਉਹ ਕਿਤੇ ਮਾੜੀ ਮੋਟੀ ਉਹਦੇ ਵਿੱਚ ਕਟਿੰਗ ਹੋ ਗਈ, ਹਾਂਜੀ ਇਹ ਤੁਹਾਡੀ ਕਟਿੰਗ ਹੋ ਗਈ, ਉਹ ਇਹਨਾਂ ਦਾ 51,000 ਦੀ ਸਗਨ ਸਕੀਮ ਸੀ ਉਹ ਕੈਂਸਲ ਹੀ ਕਰਤੀ। ਤੇ ਅਸੀਂ ਇਹ ਕਹਿੰਦੇ ਵੀ ਕੋਈ ਜਿਹੜਾ ਵੀ ਤੁਹਾਡੇ ਹੱਥ 'ਚ ਕੰਮ, ਅਸੀਂ ਤਾਂ ਕਹਿੰਦੇ ਵੀ ਸਾਡੇ ਪਿੰਡ ਦਾ ਕੋਈ ਵੀ ਕੰਮ ਹੈ, ਭਾਵੇਂ ਕੋਈ ਤੁਰ ਜੇ ਕਿਹਦਾ ਸਹੀ ਕੰਮ ਹੈ ਉਹ ਹੋਵੇ, ਸਾਂਝਾ ਕੰਮ ਹਰ ਇੱਕ ਦਾ ਹੋਵੇ। ਹਾਂ ਜੇ ਕੋਈ ਗਲਤ ਕੰਮ ਹੈ, ਗਲਤ ਕੰਮ ਹੈ ਅਸੀਂ ਵੀ ਜਾਂਦੇ ਹਾਂ, ਬਿਲਕੁਲ ਨਾ ਕਰੋ। ਜਦੋਂ ਸਹੀ ਕੰਮ ਹੈ, ਨਗਰ ਦਾ ਕੰਮ ਹੈ, ਬਸ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਤੁਹਾਡੇ ਨਾਲ ਆ ਸਾਰੇ, ਵੱਧ ਤੋਂ ਵੱਧ ਜ਼ੋਰ ਮਾਰ ਕੇ ਵੱਧ ਤੋਂ ਵੱਧ ਵੋਟਾਂ ਪਾਵਾਂਗੇ, ਪੂਰੀ ਲੀਡ ਨਾਲ ਤੁਹਾਨੂੰ ਜਿਤਾਵਾਂਗੇ। ਤੁਸੀਂ ਤਾਂ ਜਿੱਤੇ ਪਏ ਹੋ, ਸਰਕਾਰ ਵੀ ਆਪਣੀ 100% ਆਈ ਪਈ ਹੈ। ਬਸ ਤੁਹਾਡੇ ਕੇ ਇੰਨੀ ਕੁ ਕਿਰਪਾ ਵੀ ਬਸ ਸਾਡਾ ਕੋਈ ਬੰਦਾ ਨਾ ਨਾਰਾਜ਼ ਹੋਵੇ, ਬਸ 5 ਸਾਲ ਤੁਹਾਡੇ ਤੋਂ ਮੁੜ ਕੇ। ਸਭ ਤੋਂ ਵੱਡੀ ਜਿਹੜੀ ਆਦਤ ਪਾਈ ਹੈ ਨਾ ਲੀਡਰਾਂ ਨੇ ਜੀ, ਵੀ ਜਿਹੜੇ ਨਿੱਕੇ ਨਿੱਕੇ ਸਿੱਧੇ ਦਫ਼ਤਰਾਂ 'ਚ ਜਾ ਕੇ ਕੰਮ ਹੁੰਦੇ ਆ, ਉਹ ਸਿਫਾਰਿਸ਼ ਤੋਂ ਬਿਨਾਂ ਨਹੀਂ ਹੁੰਦੇ। ਕਿਹਾ ਹੋਇਆ ਵੀ ਪਹਿਲਾਂ ਸਾਡੇ ਕੋਲ ਆਓ, ਫਿਰ ਉਹ ਸਿਫਾਰਿਸ਼ ਕਰਦੇ ਆ, ਮੁੜ ਕੇ ਉਹੀ ਫਿਰ ਵੋਟਾਂ ਵੇਲੇ ਉਹਨਾਂ ਨੂੰ ਯੂਜ਼ ਕਰਦੇ ਵੀ ਤੁਹਾਡਾ ਆਹ ਕੰਮ ਕਰਾਇਆ ਸੀ, ਤੁਹਾਡਾ ਆਹ ਕੰਮ, ਜਿਹੜੇ ਨਿੱਕੇ ਨਿੱਕੇ ਕੰਮ ਜਿਹੜਾ ਕੰਮ ਹੁੰਦੇ ਹੀ ਨਹੀਂ, ਉਹ ਕੰਮ ਹੀ ਨਹੀਂ ਹੁੰਦਾ ਉਹਦਾ। ਰਾਜਨੀਤੀ ਤੋਂ ਮੁਕਤ ਕੀਤਾ ਜਾਵੇ ਜੀ ਬਸ ਇਹ ਕੰਮਾਂ ਨੂੰ। ਬਾਈ ਤੇ ਇਹ ਕਹਿੰਦੇ ਵੀ ਸਾਡਾ ਨਗਰ ਦਾ ਭਾਵੇਂ ਬੱਚਾ ਵੀ ਤੁਰ ਜੇ, ਜਿਹੜਾ ਸਹੀ ਕੰਮ ਹੈ ਬਸ ਉਹਦਾ ਹੋਣਾ ਚਾਹੀਦਾ। ਬਸ ਕੋਈ ਇਹ ਨਹੀਂ ਹੈਗਾ ਸਾਰੇ, ਕੋਈ ਇਹ ਨਹੀਂ ਹੈਗਾ ਵੀ ਮੇਰੇ ਘਰ ਕੀ ਸਾਰੇ ਆਏ ਨੇ, ਸਾਰੇ ਆਪ ਮੁਹਾਰੇ ਤੁਹਾਨੂੰ ਵੋਟਾਂ ਪਾ ਰਹੇ ਨੇ। ਕੋਈ ਬੰਦਾ ਨਹੀਂ ਹੈਗਾ ਕਿਸੇ, ਸਾਰੀ ਇਹੀ ਕਹਿ ਰਹੇ ਨੇ ਵੀ ਕੀ ਬਸ ਅਮਨ ਜੀ ਨੂੰ ਵੋਟਾਂ, ਝਾੜੂ ਨੂੰ ਵੋਟਾਂ ਪਾਣੀਆਂ ਨੇ। ਸਾਰੇ ਆਪ ਮੁਹਾਰੇ ਤੁਹਾਡੇ ਮਗਰ ਨੇ। ਕੋਈ ਮੈਂ ਨਹੀਂ ਕਹਿੰਦਾ ਵੀ ਉਹ ਮੇਰੇ ਕਰਕੇ ਆਏ ਨੇ, ਉਹ ਮੇਰੇ ਕਰਕੇ ਆਏ ਨੇ। ਸਾਡਾ ਸਾਰਾ ਨਗਰ ਬੈਠਾ ਹੈ, ਸਾਰੇ ਤੁਹਾਡੇ ਨਾਲ ਆ, ਪੂਰੀ ਖੁੱਲ੍ਹ ਕੇ ਸਪੋਰਟ ਕਰਾਂਗੇ। ਬਸ ਐਂ ਆ, ਬਸ ਜਿਹੜੀ ਸਾਡੀ ਤੁਹਾਡੇ ਅੱਗੇ ਕੀਤੀ ਹੈ ਵੀ ਇਹ ਨਾ ਹੋਵੇ ਵੀ ਜਿਹੜਾ ਸਾਡਾ ਕੱਲ ਨੂੰ ਚਲੋ ਹੁੰਦਾ ਹੀ ਹੈ ਵੀ ਮਾੜਾ ਮੋਟਾ ਅੱਗੇ ਮੈਨੂੰ ਕਹਿੰਦੇ ਵੀ ਤੂੰ ਉਦੋਂ ਦਾ ਕਹਿੰਦਾ ਸੀ ਵੀ ਆਹ ਸਾਡਾ ਕੰਮ ਆ ਨਹੀਂ, ਜਿਹੜਾ ਜਾਇਜ਼ ਕੰਮ ਹੈ ਬਸ ਸਾਡਾ ਉਹ ਹੋਵੇ, ਨਜਾਇਜ਼ ਦੀ ਮੰਗ ਨਹੀਂ ਕਰਦੇ। ਇੱਕ ਸਾਡੇ ਪਿੰਡ ਦੀ ਹੋਰ ਹੈ ਮੰਗ, ਸਾਰੇ ਮੁੰਡਿਆਂ ਨੇ ਰੱਖੀਏ, ਕੱਲ ਨੂੰ ਆਪਣੀ ਸਰਕਾਰ ਆਉਂਦੀ ਏ, ਇੱਕ ਅਸੀਂ ਨਗਰ ਦੇ ਵਿੱਚ, ਅਸੀਂ ਨਗਰ ਵੀ ਸਹਿਯੋਗ ਦੇਵਾਂਗੇ, ਇੱਕ ਅਸੀਂ ਨਗਰ ਦੇ ਵਿੱਚ ਪੈਲਸ ਬਣਾਉਣਾ। ਬਸ ਸਾਨੂੰ ਬਹੁਤ ਦਿੱਕਤ ਹੈ ਜਦੋਂ ਕੋਈ ਕਿਸੇ ਦਾ ਵਿਆਹ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ, ਟੈਂਟਾਂ ਦੇ ਵਿੱਚ ਮੀਂਹ ਪੈਣ ਲੱਗ ਜਾਂਦਾ ਹੈ, ਸਾਡੇ ਪ੍ਰੋਗਰਾਮ ਖਰਾਬ ਹੋ ਜਾਂਦੇ ਨੇ। ਅਸੀਂ ਨਗਰ ਵੱਲੋਂ ਵੀ ਪੂਰਾ ਸਹਿਯੋਗ ਦੇਵਾਂਗੇ, ਇਹ ਨਹੀਂ ਕਹਿੰਦੇ ਵੀ ਅਸੀਂ ਇਕੱਲੇ ਤੁਹਾਡੇ ਤੇ ਸਿੱਟਾਂਗੇ, ਨਗਰ ਵੱਲੋਂ ਵੀ ਸਹਿਯੋਗ ਦੇਵਾਂਗੇ। ਬਸ ਅਸੀਂ ਇੱਕ ਸ਼ੈੱਡ ਬਣਾਉਣਾ, ਇੱਕ ਪੈਲਸ ਬਣਾਉਣਾ, ਜ਼ਮੀਨ ਸਾਡੇ ਕੋਲ ਪਈ ਏ। ਬਸ ਸਾਡੀ ਪਹਿਲੀ ਇੱਕ ਆਹੀ ਮੰਗ ਹੈ, ਬਸ ਸਾਡੀ ਇਹ ਪੂਰੀ ਕਰ ਦਿਓ, ਬਾਕੀ ਤੇ 5 ਸਾਲ ਵਿੱਚ ਚੱਲੀ ਜਾਣਗੀਆਂ ਜੀ। ਠੀਕ ਹੈ ਜੀ, ਹੋਰ ਚਲੋ ਉਹਦੇ ਆਪਣੇ ਢੱਡਰੀਆਂ 'ਚ ਉਹੀ ਸਹੀ ਚੱਲ ਪਏ, ਉਹੀ ਬਹੁਤ ਹੈ, ਉੱਥੇ ਡਾਕਟਰ ਬਹਿ ਜਾਣ ਨਾ। ਕੋਈ ਹੁਣ ਸਾਡੇ ਹੈ ਜੀ ਇੱਥੇ ਉਹ ਆਏ ਨਹੀਂ ਹੈਗੇ ਵਿਚਾਰੇ। ਹੁਣ ਕੋਈ ਵੀ ਹੈ ਗਰੀਬ ਬੰਦਾ, ਹਰ ਇੱਕ ਦੇ ਘਰ, ਮੈਂ ਨਹੀਂ ਕਹਿੰਦਾ ਮੌਕੇ ਤੇ ਹੋ ਸਕਦਾ 5000 ਮੇਰੇ ਘਰ ਵੀ ਨਾ ਰਾਤ ਨੂੰ ਹੋਵੇ। ਸਾਡੇ ਤੇ ਵੇਲੇ ਤੋਂ ਬਲਵੀਰ ਸਿੰਘ ਪੋਤਰੀ ਪੌੜੀਆਂ ਤੋਂ ਡਿੱਗ ਪਈ, ਪੌੜੇ ਤੋਂ ਜੇ ਕਿੱਥੇ ਦੇ ਸਰਕਾਰੀ ਹਸਪੀਟਲ 'ਚ 10 ਰੁਪਏ ਦੀ ਪਰਚੀ ਲੱਗਣੀ ਹੈ ਤੇ ਉਹਦਾ ਇਲਾਜ ਹੋ ਜਾਣਾ, ਦਵਾਈ ਮਿਲ ਜਾਣੀ ਹੈ। ਇੱਥੋਂ ਭੇਜੀ ਜੀ ਲੌਂਗੋਵਾਲ, ਉਹ ਕਹਿੰਦਾ ਜੀ ਸਿਟੀ ਸਕੈਨ ਕਰਾ। ਮੈਨੂੰ ਰਾਤ ਨੂੰ 9:30 ਪੌਣੇ ਦਾ ਫੋਨ ਆਇਆ ਵੀ ਉੱਥੇ ਤਾਂ 4000 ਰੁਪਏ ਲੱਗੂ ਸਿਟੀ ਸਕੈਨ ਤੇ, ਸੰਗਰੂਰ ਪੈਸੇ ਨਹੀਂ ਹੈਗੇ। ਫਿਰ ਮੈਂ ਕਿਸੇ ਮੁੰਡੇ ਨੂੰ ਫੋਨ ਕਰਕੇ ਲੌਂਗੋਵਾਲ ਪੰਪ ਤੋਂ ਪੈਸੇ ਦਵਾਏ ਰਾਤ ਨੂੰ 10 ਵਜੇ, ਵੀ ਇੱਕ ਜਿਹੜਾ ਹਸਪੀਟਲ ਜਿਵੇਂ ਸਾਡੇ ਢੱਡਰੀ ਹੁਣ ਹਸਪੀਟਲ ਬਣਿਆ ਹੈ ਵੀ ਉਹਦੇ ਵਧੀਆ ਡਾਕਟਰ ਹੋਣ, ਵੀ ਜਿਹੜਾ ਗਰੀਬਾਂ ਨੂੰ ਇੰਨੀ ਕੁ ਸਹੂਲਤ ਦਾ ਹੋਵੇ ਵੀ 10 ਰੁਪਏ ਪਰਚੀ ਕਟਾਉਣ ਤੇ ਆਪਣਾ ਇਲਾਜ ਕਰਵਾ ਲੈਣਾ। ਉਹ ਹੈ ਹੀ ਨਹੀਂ ਉੱਥੇ, ਹੈ ਹੀ ਨਹੀਂ, ਡਾਕਟਰ ਆਉਂਦੇ ਹੀ ਨਹੀਂ ਉੱਥੇ, ਹੈ ਹੀ ਨਹੀਂ। ਵੀ ਸਾਡੇ ਤੇ ਆਹ ਛੋਟੀਆਂ ਛੋਟੀਆਂ ਮੰਗਾਂ ਨੇ ਬਈ, ਹੈ ਵੀ ਜਾਇਜ਼ ਨੇ ਬਿਲਕੁਲ। ਕੋਈ ਨਹੀਂ, ਬਿਲਕੁਲ ਠੀਕ ਹੈ। ਬਾਕੀ ਇਹੀ ਮੰਗਣੇ, ਬਾਕੀ ਸੀ ਇਹਨਾਂ ਦੀ ਗੱਡੀ ਕੋਲ ਸਾਰੇ ਹੋਰ ਜੀ ਗੱਲਬਾਤ ਬਾਜੀ ਐਮਐਲਏ ਸਾਹਿਬ ਤੋਂ ਫੋਨ ਬੈਠੋ ਕਰੋ, ਗਰੀਬ ਨੂੰ ਫੋਨ ਕੀ ਭੱਜ ਜਿਓ। ਮੈਂ ਕਹਿੰਦਾ ਚੰਗੇ, ਮੇਰਾ ਕੰਮ ਤਾਂ ਸੌਖਾ ਹੋਇਆ। ਮੈਂ ਤਾਂ ਚਾਹੁੰਦਾ ਇਹ ਵੀ ਹਰ ਪਿੰਡੋਂ ਪਿੰਡੀ ਮੇਰੇ ਇਹੋ ਜਿਹੇ ਸਾਥੀ ਹੋਣ, ਇਹੋ ਜਿਹੇ ਭਰਾ ਹੋਣ ਜਿਨ੍ਹਾਂ ਨੇ ਆਪ ਹੀ ਇੰਨੇ ਕੁ ਚੰਗੇ ਕੰਮ ਕੀਤੇ ਹੋਣ ਵੀ ਉਹਨਾਂ ਦੇ ਮੂੰਹ ਨੂੰ ਹੀ, ਉਹਨਾਂ ਦੇ ਨਾਲ ਹੀ ਸਾਥ ਮਿਲਦਾ ਹੋਵੇ ਉਹਨਾਂ ਨੂੰ, ਕਿ ਆਪਾਂ ਉਹਨਾਂ ਨੂੰ ਵੋਟ ਲਈ ਬੇਨਤੀ ਕਰ ਸਕੀਏ। ਸੋ ਮੇਰੇ ਬਹੁਤ ਹੀ ਸਤਿਕਾਰਯੋਗ, ਮੇਰੀਆਂ ਸਾਰੀਆਂ ਮਾਂ ਸਮਾਨ ਮਾਤਾਵਾਂ, ਮੇਰੇ ਪਿਤਾ ਸਮਾਨ ਬਜ਼ੁਰਗ, ਮੇਰੇ ਨੌਜਵਾਨ ਸਾਥੀ ਵੀਰ, ਸਾਰੇ ਸਾਡੇ ਪਾਰਟੀ ਦੇ ਸਤਿਕਾਰਯੋਗ ਸਾਥੀ, ਸਾਡੇ ਬਲਾਕ ਪ੍ਰਧਾਨ ਸੁਖ ਜੀ, ਸਰਪੰਚ ਸਾਹਿਬ ਬਾਈ ਵਿਕਰਮ ਜੀ, ਔਰ ਜਿਨ੍ਹਾਂ ਦੇ ਵਿਹੜੇ 'ਚ ਆਪਾਂ ਅੱਜ ਇਕੱਠੇ ਹੋਏ ਹਾਂ, ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਪਿਆਰਾ ਵੀਰ ਗੁਰਦੀਪ ਜੀ, ਸਾਰੀ ਫਤਿਹ ਕਰੋ ਪ੍ਰਵਾਨ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ, ਮੈਨੂੰ ਇੰਨਾ ਪਿਆਰ ਮਾਣ ਸਤਿਕਾਰ ਦੇਣ ਦੇ ਉੱਪਰ ਇੱਥੇ ਪਹੁੰਚਣ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਮੇਰੇ ਖਿਆਲ ਦੇ ਵਿੱਚ ਸਾਰੀਆਂ ਗੱਲਾਂ ਨੇ ਜਿਹੜੀਆਂ
ਉਹ ਬਾਈ ਵਿਕਰਮ ਜੀਆਂ ਨੇ, ਗੁਰਦੀਪ ਜੀ ਨੇ ਗੱਲ ਕਰ ਹੀ ਲਈ ਹੈ। ਮੈਂ ਤਾਂ ਤੁਹਾਨੂੰ ਅੱਜ ਇੱਕ ਬੇਨਤੀ ਕਰਨ ਆਇਆ। ਬੇਨਤੀ ਇਹ ਹੈ ਕਿ ਆਪਾਂ ਸਾਰੇ ਪਰਿਵਾਰਾਂ ਵਾਲੇ ਆ, ਬੱਚੇ ਨੇ ਆਪਣੇ, ਬੱਚੇ ਸਕੂਲੇ ਜਾਂਦੇ ਨੇ, ਪੜ੍ਹ ਕੇ ਆਉਂਦੇ ਨੇ, ਸਾਰੀ ਦਿਹਾੜੀ ਉੱਥੇ ਲਾਉਂਦੇ ਨੇ, ਉਹ ਤੋਂ ਮਗਰੋਂ ਆਪਾਂ ਘਰੇ ਆਉਂਦੇ ਨੇ, ਮਾਵਾਂ ਦੁਆਲੇ ਹੋ ਜਾਂਦੀਆਂ ਨੇ ਕਿ ਪੁੱਤ ਪੜ੍ਹ, ਪਾਸ ਹੋਣਾ। ਉਹ ਤੋਂ ਮਗਰੋਂ ਜੇ ਕਮੀ ਪੇਸ਼ੀ ਰਹਿ ਜੇ ਤੇ ਟਿਊਸ਼ਨ ਵੀ ਭੇਜਣਾ ਪੈਂਦਾ, ਭੇਜ ਦੇਣਾ ਜੀ, ਬਿਲਕੁਲ। ਤੇ ਸਾਲ ਮਗਰੋਂ ਆਪਾਂ ਬੱਚਿਆਂ ਤੋਂ ਪੁੱਛਦੇ ਹਾਂ ਕਿ ਬੇਟਾ ਪਾਸ ਹੋਇਆ ਕਿ ਫੇਲ ਹੋਇਆ, ਰਿਪੋਰਟ ਕਾਰਡ ਦਿਖਾ ਆਪਦਾ, ਕਾਰਗੁਜ਼ਾਰੀ ਦਿਖਾ ਤੇਰਾ ਕੀ ਹੈ, ਲੇਖਾ ਜੋਖਾ ਕੀ ਹੈ, ਪੁੱਛਦੇ ਆ ਕਿ ਨਹੀਂ ਪੁੱਛਦੇ। ਹੁਣ ਜਿਹੜੇ ਅੱਜ ਹਾਲਾਤ ਹੋਏ ਪਏ ਨੇ, ਉਹ ਗੱਲ ਇਹ ਹੈ ਕਿ ਜਦੋਂ ਆਪਾਂ ਇਹਨਾਂ ਛੋਟੇ ਛੋਟੇ ਪਿਆਰੇ ਜਿਹੇ ਮਾਸੂਮ ਬੱਚਿਆਂ ਤੋਂ ਆਪਾਂ ਉਹਨਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਮੰਗ ਸਕਦੇ ਹਾਂ, ਤੇ ਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ, ਜਿਹੜੇ ਲੀਡਰ, ਜਿਹੜੀਆਂ ਸਰਕਾਰਾਂ 30-35 ਸਾਲ ਰਾਜ ਕਰਦੀਆਂ, ਉਹਨਾਂ ਤੋਂ ਉਹਨਾਂ ਦਾ ਲੇਖਾ ਜੋਖਾ, ਰਿਪੋਰਟ ਕਾਰਡ ਮੰਗਣਾ ਬਣਦਾ ਕਿ ਨਹੀਂ ਬਣਦਾ? ਬਿਲਕੁਲ ਬਣਦਾ। ਅੱਜ 5 ਸਾਲ ਪਹਿਲਾਂ ਕਾਂਗਰਸ ਨੇ ਵਾਅਦੇ ਕੀਤੇ ਕਿ ਜੀ ਸਾਰੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ, ਚਾਹੇ ਉਹ ਸਰਕਾਰੀ ਬੈਂਕਾਂ ਦਾ ਹੋਵੇ, ਕੋਆਪਰੇਟਿਵ ਦਾ ਹੋਵੇ, ਪ੍ਰਾਈਵੇਟ ਦਾ ਹੋਵੇ, ਲੈਂਡ ਮਾਰਗੇਜ ਦਾ ਹੋਵੇ, ਆੜ੍ਹਤੀਆਂ ਦਾ ਹੋਵੇ, ਸਾਰਾ ਮਾਫ ਹੋਇਆ, ਸਾਰਿਆਂ ਦਾ ਮਾਫ ਕਰਜ਼ਾ। ਬਲਕਿ ਜਿਹੜਾ ਕਰਜ਼ਾ ਮਾਫੀ ਦੇ ਉੱਠ ਦਾ ਬੁੱਲ ਵਾਂਗੂ, ਜਿਹੜਾ ਵੀ ਅੱਜ ਮਾਫੀ ਆਈ, ਜਿਹੜਾ ਆਪਣੇ ਉਹਦੇ ਉੱਪਰ ਵਿਆਜ ਤੇ ਪੈਨਲਟੀਆਂ ਪਈਆਂ, ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ। ਨੌਜਵਾਨਾਂ ਨੂੰ ਕਿਹਾ ਕਿ ਜੀ ਨੌਕਰੀ ਹਰ ਘਰ ਨੂੰ ਨੌਕਰੀ ਦੇਵਾਂਗੇ, ਹਰ ਨੌਜਵਾਨ ਨੂੰ ਮਿਲੀ ਵੀ ਨੌਕਰੀ ਪਿੰਡ 'ਚ ਕਿਸੇ ਨੂੰ। ਨਾਲ ਕਿਹਾ ਸੀਗਾ ਕਿ 2500 ਰੁਪਇਆ ਬੇਰੁਜ਼ਗਾਰੀ ਭੱਤਾ ਦੇਵਾਂਗੇ ਜਿਹਨੂੰ ਨੌਕਰੀ ਨਹੀਂ ਮਿਲੂਗੀ, ਉਹ ਵੀ ਨਹੀਂ ਮਿਲਿਆ ਹੈਗਾ। ਸਵਾਲ ਕਰਨਾ ਉਹੀ ਤਾਂ ਗੱਲ ਹੈ ਮਾਂ, ਉਹ ਵੀ ਨਹੀਂ ਮਿਲਿਆ ਹੈਗਾ। ਕਿਹਾ ਸੀਗਾ 51,000 ਪੈਨਸ਼ਨ ਦਾ ਦੇ ਦਾਂਗੇ, 2500 ਸ਼ਗਨ ਸਕੀਮ, 51,000 ਸ਼ਗਨ ਸਕੀਮ ਦਾ ਦੇ ਦਾਂਗੇ, 2500 ਪੈਨਸ਼ਨ ਦਾ ਦੇ ਦਾਂਗੇ, ਗਰੀਬਾਂ ਨੂੰ 5-5 ਮਰਲਿਆਂ ਦੇ ਪਲਾਟ ਦੇ ਦਾਂਗੇ, ਮੋਬਾਈਲ ਦੇ ਦਾਂਗੇ, ਨਸ਼ੇ ਖਤਮ ਕਰ ਦਾਂਗੇ, ਪਤਾ ਨਹੀਂ ਕੀ ਕੁਛ ਕਹੀ ਗਏ, ਡੱਕਾ ਨਹੀਂ ਤੋੜਿਆ ਹੈਗਾ। ਤੇ ਹੋਰ ਤਾਂ ਹੋਰ ਗੁਟਕਾ ਸਾਹਿਬ ਨੂੰ ਵੀ ਮੱਥੇ 'ਤੇ ਲਾ ਕੇ ਸਿਰਫ ਕੁਰਸੀ ਲਈ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਹੈ, ਉਹ ਕੋਈ ਭੁੱਲਣ ਯੋਗ ਨਹੀਂ ਹੈ। ਸੋ ਮੇਰੇ ਕਹਿਣ ਦਾ ਮਤਲਬ ਇੰਨਾ ਹੀ ਹੈ ਕਿ ਸਰਕਾਰਾਂ ਤੇ ਲੀਡਰ ਜਿਹੜੇ ਹੁੰਦੇ ਨੇ ਉਹ ਕੰਮ ਲਈ ਹੁੰਦੇ ਨੇ, ਕੰਮ ਪਿਆਰਾ ਹੋਣਾ ਚਾਹੀਦਾ, ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਹੈਗਾ। ਅੱਜ ਜਿਵੇਂ ਬਾਈ ਵਿਕਰਮ ਜੀ ਨੇ ਗੱਲ ਕੀਤੀ ਕਿ ਜੇ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਲੋਕ ਅੱਜ ਪਹੁੰਚੇ ਹਾਂ ਤੇ ਉਹਦੇ 'ਚ ਕਿਤੇ ਨਾ ਕਿਤੇ ਕਮਜ਼ੋਰੀ, ਗਲਤੀ ਲਾ ਲਓ, ਭੋਲਪਣਾ ਲਾ ਲਓ, ਵੀ ਆਪਾਂ ਇਹਨਾਂ ਦੀਆਂ ਗੱਲਾਂ 'ਚ ਆਉਂਦੇ ਰਹੇ, ਵੀ ਹੁਣ ਤੱਕ ਇਹਨਾਂ ਦੀ ਗੱਲਾਂ 'ਚ ਆ ਕੇ ਵੋਟਾਂ ਪਾਉਂਦੇ ਰਹੇ, ਤੇ ਇਹ ਆਪ ਤਾਂ ਫਰਸ਼ ਤੋਂ ਅਰਸ਼ ਤੇ ਪਹੁੰਚ ਗਏ, ਅਸਮਾਨ ਤੇ ਪਹੁੰਚ ਗਏ, ਤੇ ਪੰਜਾਬ ਨੂੰ ਉੱਪਰੋਂ ਲਿਆ ਕੇ ਜਮਾਂ ਥੱਲੇ ਪਟਕਾ ਕੇ ਮਾਰਿਆ। ਫਿਰ ਇਹਦਾ ਹਿਸਾਬ ਕਿਤਾਬ ਹੈ, ਜਿਹੜਾ ਲੇਖਾ ਜੋਖਾ ਹੈ, ਉਹ ਜ਼ਰੂਰ ਲੈਣਾ ਬਣਦਾ ਹੈ, ਉਹ ਜ਼ਰੂਰ ਮੰਗਣਾ ਬਣਦਾ ਹੈ। ਔਰ ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਸਰਕਾਰਾਂ ਤੇ ਲੀਡਰ ਚਾਹੁਣ ਹੋ ਨਾ ਸਕਦਾ ਹੋਵੇ। ਹੋ ਸਾਰਾ ਕੁਝ ਸਕਦਾ ਹੈ, ਸਾਰਾ ਕੁਝ ਹੋ ਸਕਦਾ ਹੈ। ਬਾਊ ਜੀਆਂ ਨੂੰ ਅੱਜ ਗਿਆ, ਮੇਰੇ ਫਾਦਰ ਸਾਹਿਬ ਨੂੰ 92 'ਚ ਵਾਹ ਪਾਇਆ ਸੀ ਸੁਨਾਮ ਦੇ ਲੋਕਾਂ ਨੇ। ਅੱਜ 20-22 ਸਾਲ ਹੋ ਗਏ ਨੇ, ਅੱਜ ਵੀ ਉਹਨਾਂ ਦੇ ਕੰਮਾਂ ਨੂੰ ਲੋਕ ਯਾਦ ਕਰਦੇ ਨੇ, ਮਾਣ ਮਹਿਸੂਸ ਹੁੰਦਾ। ਕੇਜਰੀਵਾਲ ਸਾਹਿਬ ਨਾਲ ਵਾਹ ਪਾਇਆ ਦਿੱਲੀ ਦੇ ਲੋਕਾਂ ਨੇ 7 ਸਾਲ ਪਹਿਲਾਂ, ਤੇ 7 ਸਾਲਾਂ ਦੇ ਵਿੱਚ ਬੰਦਾ 3 ਵਾਰੀ ਮੁੱਖ ਮੰਤਰੀ ਬਣਾਤਾ, ਕੰਮਾਂ ਨੂੰ ਬਣਾਇਆ ਨਾ। ਜਿਹੜਾ ਗੱਲ ਕੀਤੀ ਮਾਤਾ ਜੀ ਨੇ, ਸਰਪੰਚ ਸਾਹਿਬ ਨੇ, ਡਿਸਪੈਂਸਰੀ ਦੀ, ਡਿਸਪੈਂਸਰੀ ਹੈਲਥ ਔਰ ਐਜੂਕੇਸ਼ਨ ਸਿਸਟਮ ਹੈ ਜਿਹੜਾ, ਇਹ ਤੁਸੀਂ ਅੱਜ ਆਪਣੇ ਮੁੰਡੇ ਜਿੰਨੇ ਮੁੰਡੇ ਕੁੜੀਆਂ ਕੋਈ ਬਾਹਰ ਗਏ ਹੋਣਗੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਉੱਥੋਂ ਜਿੰਨਿਆਂ ਦੇ ਫੋਨ ਆਉਂਦੇ ਨੇ 99% ਇੱਕੋ ਗੱਲ ਕਹਿੰਦੇ ਨੇ ਕਿ ਬਈ ਇਸ ਵਾਰ ਝਾੜੂ ਲੈ ਕੇ ਆਉਣਾ, ਇਸ ਵਾਰ ਝਾੜੂ ਲੈ ਕੇ ਆਉਣਾ। ਇਹੀ ਕਹਿੰਦੇ ਨੇ ਨਾ। ਉਹ ਕਿਉਂ ਕਹਿੰਦੇ ਨੇ? ਉਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਉੱਥੇ ਜਾ ਕੇ ਉਹਨਾਂ ਨੇ ਦੇਖ ਲਿਆ ਵੀ ਇਹ ਸਰਕਾਰਾਂ ਤੇ ਲੀਡਰ ਇਮਾਨਦਾਰ ਹੋਣ ਤੇ ਕੀ ਕੁਛ ਕੀਤਾ ਜਾ ਸਕਦਾ। ਅੱਜ ਉਰੋਂ ਵਾਲਿਆਂ ਨੇ ਪੰਜਾਬ ਦੇ ਸਿਰ 1985-86 ਦੇ ਵਿੱਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗਾ, ਵੀ ਪੈਸਾ ਵਾਧੂ ਪਿਆ ਸੀਗਾ, ਕਰਜ਼ਾ ਕੋਈ ਸੀ ਨਹੀਂ, ਕਮਾਈ ਵੱਧ ਸੀ, ਖਰਚਾ ਘੱਟ ਸੀਗਾ। ਤੇ ਅੱਜ 5 ਲੱਖ ਕਰੋੜ ਦਾ ਕਰਜ਼ਾ ਹੀ ਹੋ ਗਿਆ। 3 ਲੱਖ ਕਰੋੜ ਦਾ ਸਰਕਾਰ ਸਿਰ ਹੈ, 1 ਲੱਖ ਕਰੋੜ ਦਾ ਬੋਰਡਾਂ ਤੇ ਕਾਰਪੋਰੇਸ਼ਨਾਂ ਸਿਰ ਹੈ, ਲੱਖ ਕਰੋੜ ਦਾ ਕਿਸਾਨਾਂ ਤੇ ਮਜ਼ਦੂਰਾਂ ਸਿਰ ਹੈ। ਤੇ ਆਪ ਕਦੇ ਇਹਨਾਂ ਦਾ ਤੁਸੀਂ ਕਦੇ ਕੋਈ ਲੀਡਰ ਕਿਸੇ ਕੋਈ ਅਕਾਲੀਆਂ ਦਾ, ਕਾਂਗਰਸ ਦਾ ਕੋਈ ਮੰਤਰੀ, ਕੋਈ ਮੁੱਖ ਮੰਤਰੀ ਦਿਵਾਲੀਆ ਹੁੰਦੇ ਦੇਖਿਆ? ਨਹੀਂ ਦੇਖਿਆ ਹੋਣਾ। ਪੁੱਛਣਾ ਬਣਦਾ ਨਹੀਂ ਵੀ ਭਾਈ ਜਦੋਂ ਤੁਸੀਂ ਦਿਵਾਲੀਆ ਨਹੀਂ ਹੋਏ ਹੈਗੇ ਤੇ ਫਿਰ ਪੰਜਾਬ ਦਿਵਾਲੀਆ ਕਿਵੇਂ ਕਰਤਾ? ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਸਿਸਟਮ ਹੈ ਜਿਹੜਾ
ਇਹ ਬਦਲਿਆ ਜਾਊਗਾ, ਬਦਲਿਆ ਜਾ ਸਕਦਾ, ਬੜਾ ਸੁਖਾਲਾ ਬਦਲਿਆ ਜਾ ਸਕਦਾ ਹੈ। ਨੀਅਤ ਔਰ ਨੀਤੀ ਸਾਫ਼ ਵਾਲੀ ਸਰਕਾਰ ਚਾਹੀਦੀ ਹੈ। ਹੈਲਥ ਔਰ ਐਜੂਕੇਸ਼ਨ ਸਿਸਟਮ ਦੋ ਇਹੋ ਜਿਹੇ ਨੇ ਜਿਹਦੀ ਪ੍ਰਾਇਮਰੀਲੀ ਤੌਰ ਦੇ ਉੱਪਰ ਜ਼ਿੰਮੇਵਾਰੀ ਜਿਹੜੀ ਸਰਕਾਰ ਦੀ ਹੁੰਦੀ ਹੈ। ਆਪਾਂ ਲੋਕ ਹਿਸਾਬ ਨਹੀਂ ਲਾਉਂਦੇ ਹੈਗੇ। ਅੱਜ ਸਰਕਾਰੀ ਸਕੂਲ ਨੇ ਉਹ ਆਪ ਖਤਮ ਹੋਏ ਪਏ ਨੇ। ਪ੍ਰਾਈਵੇਟ ਸਕੂਲ ਦੇ ਵਿੱਚ ਭੇਜ ਦਿਓ ਤੇ ਇੱਕ ਬੱਚੇ ਦੇ ਉੱਪਰ 60-70 ਹਜ਼ਾਰ ਰੁਪਏ ਖਰਚਾ ਤਾਂ ਹੈਗਾ ਹੀ ਸਾਲ ਦਾ। 2 ਬੱਚੇ ਹਰ ਘਰ 'ਚ ਹੈਗੇ, 1.5 ਲੱਖ ਦਾ ਖਰਚਾ ਵੱਧ ਗਿਆ। ਹੈਲਥ ਦਾ ਹਿਸਾਬ ਲਾ ਲਓ, ਸਰਕਾਰੀ ਸਕੂਲ ਆਪ ਬਿਮਾਰ ਹੋਏ ਪਏ ਨੇ, ਮਰਨ ਕਿਨਾਰੇ ਪਏ ਨੇ ਸਰਕਾਰੀ ਹਸਪਤਾਲ ਆ। ਪ੍ਰਾਈਵੇਟ 'ਚ ਲੈ ਜਾਾਂਗੇ ਬੰਦੇ ਨੂੰ ਬਚਾਉਣ ਲਈ ਤੇ ਕਿੰਨੇ ਦਾ ਬਿੱਲ ਫੜਾ ਕੇ ਹੱਥ 'ਚ ਫੜਾ ਦੇਣਗੇ, ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ। ਇੱਕ ਸਟੱਡੀ ਹੈ ਜਿਹਦੇ ਮੁਤਾਬਕ ਤਕਰੀਬਨ ਐਵਰੇਜ 2.5 ਲੱਖ ਰੁਪਇਆ ਆਪਣਾ ਇਹਨਾਂ 2 ਚੀਜ਼ਾਂ ਦੇ ਉੱਪਰ ਹਰ ਘਰ ਦਾ ਪੰਜਾਬ ਦੇ ਵਿੱਚ ਅੱਜ ਇਸ ਟਾਈਮ ਲੱਗ ਰਿਹਾ ਹੈ। ਤੇ ਵਾਅਦਾ ਹੈ ਅੱਜ ਤੁਹਾਡੇ ਨਾਲ ਕਿ ਜਿਸ ਦਿਨ ਆਪਣੀ ਸਰਕਾਰ ਬਣ ਜਾਂਦੀ ਹੈ ਉਦੋਂ ਤਕਰੀਬਨ 1.5-2 ਸਾਲ ਦੇ ਵਿੱਚ ਇਹ ਖਰਚਾ ਜਿਹੜਾ ਇਹ ਜ਼ੀਰੋ ਹੋ ਜਾਊਗਾ। ਇਹ 2.5 ਲੱਖ ਦੀ ਬੱਚਤ ਹੈ ਜਿਹੜੀ 2 ਸਾਲਾਂ ਬਾਅਦ ਹਰ ਘਰ ਦੀ ਸ਼ੁਰੂ ਹੋਗੀ ਪੰਜਾਬ ਦੀ, ਕਿਉਂਕਿ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ, ਸਰਕਾਰ ਦੀ ਜ਼ਿੰਮੇਵਾਰੀ। ਔਰ ਸਭ ਤੋਂ ਵੱਧ ਫੋਕਸ ਜਿਹੜੀ ਚੀਜ਼ ਦੇ ਉੱਪਰ ਹੋਊਗਾ ਉਹ ਹੋਊਗਾ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ। ਸਰਕਾਰੀ ਨੌਕਰੀਆਂ ਨਿਕਲਦੀਆਂ ਕਦੋਂ ਨੇ? ਜਦੋਂ ਪੌਣੇ 5 ਸਾਲ ਨਿਕਲ ਚੁੱਕੇ ਹੁੰਦੇ ਨੇ, ਮੁੜ ਕੇ ਸਿਰੇ ਨਹੀਂ ਲੱਗਦੀਆਂ ਹੈਗੀਆਂ। ਹਰ ਸਾਲ ਸਰਕਾਰੀ ਨੌਕਰੀਆਂ ਭਰੀ ਜਾਣਗੇ, ਪਰ ਉਹਦੇ ਨਾਲ ਵੀ ਕੰਮ ਨਹੀਂ ਚੱਲਣਾ ਹੈਗਾ। ਕੰਮ ਚੱਲੂਗਾ ਜਿੱਦੇ ਹਜ਼ਾਰਾਂ ਨੌਕਰੀਆਂ, ਫੈਕਟਰੀਆਂ, ਇੰਡਸਟਰੀਆਂ ਇਹੋ ਜਿਹੀਆਂ ਲੱਗਣ